ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ। ਪ੍ਰਾਈਮ ਏਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਆਪ ਸਭ ਦੇ ਰੂਬਰੂ ਹੋ ਗਏ ਹਾਂ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪੰਨੂ ਸਾਹਿਬ ਦੇ ਸਵਾਗਤ ਦੇ ਨਾਲ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਹਰੀਸ਼ ਰਾਵਤ ਵੈਸੇ ਤਾਂ ਕਹਿੰਦੇ ਜਾਣ ਦੀ ਤਿਆਰੀ ਵਿੱਚ ਹੈ, ਚਰਚਾ ਚੱਲਦੀ ਪਈ ਹੈ। ਦੂਸਰੇ ਪਾਸੇ ਜੇ ਕਹਿ ਲਈਏ ਜਾਂਦੇ ਜਾਂਦੇ ਇੱਕ ਬਿਆਨ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਹੋਣਾ ਚਾਹੀਦਾ ਸੀ। ਕਿਵੇਂ ਦੇਖਦੇ ਹੋ ਉਸ ਬਿਆਨ ਨੂੰ? ਪਹਿਲੀ ਗੱਲ ਤਾਂ ਉਹਦੀ ਆਪਣੀ ਲੋੜ ਹੈ। ਹੂੰ। ਉਹ ਅੱਗੇ ਉੱਤਰਾਖੰਡ ਦਾ ਮੁੱਖ ਮੰਤਰੀ ਰਹਿ ਚੁੱਕਾ। ਹੁਣ ਉੱਤਰਾਖੰਡ ਦੇ ਵਿੱਚ ਫਿਰ ਚੋਣਾਂ ਆ ਗਈਆਂ ਨੇ। ਉਹਨਾਂ ਚੋਣਾਂ ਦੇ ਵਿੱਚ ਜਿਹੜੀਆਂ ਪੰਜਾਬ ਦੇ ਨਾਲ ਹੀ ਹੋਣੀਆਂ, ਪੰਜਾਬ ਦੀਆਂ ਤਾਂ ਪਤਾ ਨਹੀਂ ਕੋਈ ਹੁੰਦੀਆਂ ਕਿ ਨਹੀਂ ਹੁੰਦੀਆਂ। ਹਾਲਾਤ ਜਿਹੋ ਜਿਹੇ ਬਣਦੇ ਪਤਾ ਹੀ ਨਹੀਂ ਗਾ ਹੋਣ ਦੇਣਗੇ ਕਿ ਨਹੀਂ। ਪਰ ਜੇ ਹੁੰਦੀਆਂ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਣੀਪੁਰ ਇਕੱਠੀਆਂ ਹੋਣੀਆਂ ਜੀ। ਉਹਦੇ ਆਪਣੇ ਸੂਬੇ ਦੇ ਵਿੱਚ ਚੋਣਾਂ ਹੋ ਰਹੀਆਂ ਨੇ। ਚੋਣ ਸਰਵੇਖਣ ਸਾਰੇ ਦੱਸਦੇ ਆ ਕਿ ਬੀਜੇਪੀ ਮਾਰ ਖਾ ਰਹੀ ਹੈ, ਕਾਂਗਰਸ ਉੱਪਰ ਆ ਰਹੀ ਹੈ। ਜੇ ਉੱਪਰ ਆ ਰਹੀ ਹੈ ਅਤੇ ਉਹਨੂੰ ਝਾਕ ਹੈ ਕਿ ਮੈਂ ਉੱਥੇ ਮੁੱਖ ਮੰਤਰੀ ਬਣ ਸਕਦਾ, ਅਤੇ ਉਹ ਪੰਜਾਬ ਦੇ ਇਸ ਕਾਂਗਰਸੀਆਂ ਦੇ ਕਪੱਤ ਵਿੱਚ ਫਸ ਕੇ ਆਪਣਾ ਕੰਮ ਖਰਾਬ ਕਿਉਂ ਕਰੂਗਾ? ਐਡਾ ਕਮਲਾ ਥੋੜ੍ਹਾ। ਜੀ। ਕੁਛ ਲੋਕ ਕਹਿੰਦੇ ਆ ਕਿ ਉਹਨੂੰ ਉੱਥੋਂ ਦੇ ਇਲੈਕਸ਼ਨ ਵਾਸਤੇ ਚੋਣ ਖਰਚਾ ਚਾਹੀਦਾ ਸੀ। ਉਹਨਾਂ ਕੁ ਜੁਗਾੜ ਪੰਜਾਬ ਦੇ ਰੌਲੇ ਰੱਪੇ 'ਚ ਹੋ ਗਿਆ। ਪਤਾ ਨਹੀਂ ਹੋਇਆ ਕਿ ਨਹੀਂ ਹੋਇਆ, ਚਰਚੇ ਕਈ ਕਿਸਮ ਦੇ ਆ ਜੀ। ਪਰ ਹੁਣ ਉਹਨੇ ਪੰਜਾਬ 'ਚ ਰਹਿਣਾ ਨਹੀਂ। ਹੁਣ ਉਹ ਜਾਵੇਗਾ। ਹਰੀਸ਼ ਦੀ ਥਾਂ ਹਰੀਸ਼ ਆਵੇਗਾ। ਹਰੀਸ਼ ਰਾਵਤ ਜਾ ਰਿਹਾ, ਰਾਜਸਥਾਨ ਵਾਲਾ ਹਰੀਸ਼ ਚੌਧਰੀ ਆ ਰਿਹਾ, ਉਹ ਸਾਰਾ ਕੁਝ ਸੰਭਾਲੇਗਾ। ਹਰੀਸ਼ ਰਾਵਤ ਵੈਸੇ ਵੀ ਕੋਈ ਪਾਏਦਾਰ ਬੰਦਾ ਨਹੀਂ ਸੀ। ਜੇ ਕੈਪਟਨ ਅਮਰਿੰਦਰ ਅੱਖਾਂ ਵਿਖਾਉਂਦਾ ਸੀ ਤੇ ਬਿਆਨ ਦੇ ਦਿੰਦਾ ਸੀ, ਸਾਡਾ ਕੈਪਟਨ ਤਾਂ ਕੈਪਟਨ ਹੀ, ਅਮਰਿੰਦਰ ਸਿੰਘ ਤੋਂ ਬਗੈਰ ਹੋਰ ਤਾਂ ਕੋਈ ਕੈਪਟਨ ਹੈਗਾ ਹੀ ਨਹੀਂ। ਜੇ ਦੂਜੇ ਅੱਖਾਂ ਵਿਖਾਉਂਦੇ ਸੀ, ਨਹੀਂ ਅਗਲੀਆਂ ਚੋਣਾਂ 'ਚ ਸਾਡੇ ਵਾਸਤੇ ਫੇਸ ਹੈਗਾ ਨਵਜੋਤ ਸਿੰਘ ਸਿੱਧੂ। ਉੱਧਰਲੇ ਫਿਰ ਅੱਖਾਂ ਵਿਖਾਉਂਦੇ ਸੀ, ਫਿਰ ਕੈਪਟਨ ਦੇ ਪੱਖ 'ਚ ਬਿਆਨ। ਇੱਕ ਦਿਨ ਪ੍ਰਗਟ ਸਿੰਘ ਪੈ ਗਿਆ, ਕਹਿੰਦਾ ਫੇਸ ਦਾ ਕੀ, ਅਗਲੇ ਸਾਲ ਤਾਂ ਸਾਡੇ ਕੋਲ ਮੁੱਖ ਮੰਤਰੀ ਦਾ ਫੇਸ ਪ੍ਰਗਟ ਸਿੰਘ ਵੀ ਹੋ ਸਕਦਾ। ਜੀ। ਕਮਾਲ ਹੈ, ਤੂੰ ਸਾਰਿਆਂ ਨੂੰ ਫੇਸ ਹੀ ਬਣਾਈ ਜਾ। ਇੱਦਾਂ ਦਾ ਸੀ ਹੁਣ ਉਹ ਚਲਿਆ ਜਾਊਗਾ। ਹਰੀਸ਼ ਚੌਧਰੀ ਥੋੜ੍ਹਾ ਜਿਹਾ ਸਖਤ ਸੁਭਾਅ ਦਾ ਬੰਦਾ। ਉਹ ਜਦੋਂ ਆਇਆ ਤੇ ਕਾਂਗਰਸ ਪਾਰਟੀ ਨੂੰ ਇੱਥੇ ਆ ਕੇ ਉਹਨੇ ਪਹਿਲਾਂ ਤਾਂ ਥੋੜ੍ਹਾ ਜਿਹਾ ਝੰਜੋੜਿਆ ਕਿ ਤੁਸੀਂ ਰਾਜ ਕਰਨਾ ਕਿ 4 ਮਹੀਨੇ ਪਹਿਲਾਂ ਤੁਸੀਂ ਸਾਰਾ ਕੁਝ ਛੱਡ ਦੇਣਾ। ਦੂਜਾ ਉਹਨੇ ਘੂਰਿਆ, ਦਬਕਾ ਵੀ ਮਾਰਿਆ ਜਾਪਦਾ ਦੋਵਾਂ ਧਿਰਾਂ ਨੂੰ ਕਿ ਬੰਦਿਆਂ ਵਾਂਗ ਕੰਮ ਕਰੋ, ਇਹ ਨਹੀਂ ਚੱਲਣਾ। ਹੁਣ ਦੋ ਧਿਰਾਂ ਜਿਹੜੀਆਂ, ਉਹਨਾਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਧਿਰ ਨਹੀਂ, ਉਹ ਤਾਂ ਬਾਹਰ ਨੇ। ਹੁਣ ਦੋ ਧਿਰਾਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਦੇ ਅੰਦਰ ਦੋ ਧਿਰਾਂ ਬਣ ਗਈਆਂ। ਲੈ ਇਹਨਾਂ ਦੇ ਵਿੱਚੋਂ ਵੀ ਇੱਕ ਧਿਰ ਬਾਹਰ ਕੱਢ ਦਿਓ, ਜਿਹੜੇ ਬਾਕੀ ਰਹਿਣਗੇ ਉਹਨਾਂ 'ਚ ਦੋ ਧਿਰਾਂ ਬਣ ਜਾਣਗੀਆਂ। ਹਾਲਤ ਇਹ ਬਣੀ ਪਈ ਹੈ ਕਿ ਧਿਰਾਂ ਦੇ ਅੰਦਰ ਧਿਰਾਂ, ਉਹਨਾਂ ਦੇ ਅੰਦਰ ਛੋਟੀਆਂ ਧਿਰਾਂ ਦੇ ਵਿੱਚੋਂ ਮਾਮੂਲੀ ਜਿਹੀਆਂ ਧਿਰਾਂ। ਕਾਂਗਰਸ ਪਾਰਟੀ ਜਿੰਨਿਆਂ ਥਾਵਾਂ 'ਤੇ ਵੰਡਿਆ ਟੱਬਰ ਜਾਪਦੀ ਹੈ, ਇਹਨੂੰ ਸੰਭਾਲਣਾ ਕਿਤੇ ਸੌਖਾ ਕੰਮ ਹੈ। ਹਰੀਸ਼ ਚੌਧਰੀ ਆ ਗਿਆ, ਕਿੱਦਾਂ ਸੰਭਾਲਦਾ ਕਿੱਦਾਂ ਮੈਨੂੰ ਨਹੀਂ ਪਤਾ, ਪਰ ਅਖੀਰ ਇਹੋ ਹੀ ਹਾਲਾਤ ਬਣਨੇ ਸੀ ਕਿ ਹਰੀਸ਼ ਰਾਵਤ ਨੂੰ ਜਾਣਾ ਹੀ ਪੈਣਾ ਸੀ। ਹੁਣ ਰਹਿ ਗਈ ਗੱਲ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੀ। ਇਹ ਗੱਲ ਇਕੱਲਾ ਹਰੀਸ਼ ਰਾਵਤ ਨਹੀਂ ਕਹਿੰਦਾ, ਇੱਥੇ ਕਈ ਲੋਕ ਹੋਰ ਹੈ ਜਿਹੜੇ ਸਮਝਦੇ ਆ ਕਿ ਜਿੱਦਾਂ ਦੀਆਂ ਜ਼ਿੱਦਾਂ ਨਵਜੋਤ ਸਿੰਘ ਸਿੱਧੂ ਕਰਦਾ, ਇਹਦਾ ਅਸਤੀਫਾ ਪ੍ਰਵਾਨ ਕਰ ਲੈਣਾ ਚਾਹੀਦਾ ਜੀ। ਪਰ ਕੁਝ ਹੋਰ ਹੈ ਜਿਹੜੇ ਸਮਝਦੇ ਆ ਕਿ ਅਸਤੀਫਾ ਪ੍ਰਵਾਨ ਨਹੀਂ ਕਰਨਾ ਚਾਹੀਦਾ। ਸਿੱਧੂ ਜਿੱਦਾਂ ਨਹੀਂ ਕਰਦਾ, ਸਿੱਧੂ ਨੂੰ ਜਿੱਦਾਂ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ। ਉਹਨਾਂ ਦੇ ਕੋਲ ਆਪਣੀਆਂ ਦਲੀਲਾਂ, ਉਹਨਾਂ ਕੋਲ ਆਪਣੀਆਂ, ਦੋਵਾਂ ਤਰ੍ਹਾਂ ਕੋਲ ਦਲੀਲਾਂ ਨੇ। ਅਸੀਂ ਪਾਸੇ ਬੈਠੇ ਕੀ ਕਹਿ ਸਕਦੇ ਹਾਂ? ਉਸ ਪਾਰਟੀ ਦੇ ਅੰਦਰ ਦਾ ਮਾਮਲਾ, ਜੇ ਉਹ ਇਸ ਗੱਲ ਦੇ ਉੱਤੇ ਖੁਸ਼ ਨੇ, ਲੱਗੇ ਰਹਿਣ ਦਿਓ। ਆ 4 ਮਹੀਨੇ, ਇਹਨਾਂ 4 ਮਹੀਨਿਆਂ ਤੋਂ ਬਾਅਦ ਕਿਸੇ ਨੇ ਨਹੀਂ ਆਖਣਾ ਕਿ ਫਲਾਨਾ ਮੁੱਦਾ ਨਹੀਂ ਕੀਤਾ, ਆਹ ਨਹੀਂ ਕੰਮ ਕੀਤਾ, ਉਹ ਨਹੀਂ ਕੀਤਾ। 4 ਮਹੀਨਿਆਂ ਬਾਅਦ ਸਾਰਿਆਂ ਨੇ ਇੱਕ ਦੂਸਰੇ ਨੂੰ ਆਖਣ ਜਾਇਆ ਕਰਨਾ, ਕੋਈ ਨਹੀਂ ਹੌਸਲਾ ਰੱਖ, 5 ਸਾਲਾਂ ਨੂੰ ਦੁਬਾਰਾ ਚੋਣਾਂ ਹੋਣਗੀਆਂ। ਜੀ। ਇਹਨਾਂ 'ਚੋਂ ਕਿਸੇ ਵੀ ਨਹੀਂ ਜਿੱਤ ਕੇ ਆਉਣਾ। ਇਹ ਰੋਂਦੇ ਘੋੜੀ ਚੜ੍ਹਨਗੇ, ਸਾਰਾ ਟੱਬਰ ਆਪੋ 'ਚ ਲੜਨਗੇ, ਜੋ ਇਹਨਾਂ ਦਾ ਹੋਣਾ ਕਾਂਗਰਸੀਆਂ ਨੂੰ ਪਤਾ। ਰਹਿੰਦੀ ਕਸਰ ਇਹਨਾਂ 'ਚ 5-4 MLA ਇਹੋ ਜਿਹੇ ਆ ਜਿਨ੍ਹਾਂ ਦਾ ਨਾ ਜ਼ੁਬਾਨ 'ਤੇ ਕੰਟਰੋਲ ਆ, ਨਾ ਹੱਥਾਂ 'ਤੇ ਕੰਟਰੋਲ ਆ। ਉਹ ਕੱਲ੍ਹ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਭੋਆ ਹਲਕੇ ਵਾਲੇ MLA ਜੋਗਿੰਦਰਪਾਲ ਨੇ ਜੋ ਕੁਝ ਕਰ ਦਿੱਤਾ, ਉਹ ਇਕੱਲਾ ਤਾਂ ਨਹੀਂ, ਇੱਥੇ 4-5 ਕਾਂਗਰਸੀ MLA ਹੋਰ ਆ ਜਿਨ੍ਹਾਂ ਬਾਰੇ ਦੱਸਿਆ ਜਾਂਦਾ ਕਿ ਉਹ ਫਿਲਮੀ ਕਿਸਮ ਦਾ ਦਰਬਾਰ ਲਾਉਂਦੇ ਆ, ਅਤੇ ਜੇ ਕੋਈ ਸਾਹਮਣੇ ਆ ਜਾਵੇ ਤਾਂ ਛਿੱਤਰਪੋਲਾ ਵੀ ਕਰ ਦਿੰਦੇ ਆ। ਇਹ ਬੜੀਆਂ ਹੀ ਗੱਲਾਂ
ਜਿਹੜੀਆਂ ਇਹ ਸਮਝਦੇ ਆ ਕਿ ਬਾਹਰ ਨਹੀਂ ਆਉਣੀਆਂ ਨੇ, ਬਲਕਿ ਤਿਆਰੀ ਵਿੱਚ ਨੇ। ਲੋਕੀ ਬਹੁਤ ਕੁਝ ਦੱਸਦੇ ਪਏ ਕਿ ਸਾਡੇ ਕੋਲ ਆ ਵੀ ਹੈ, ਆ ਵੀ ਹੈ, ਆ ਵੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਨੂੰ ਤੇ ਉਹਦੇ ਮੰਤਰੀਆਂ ਨੂੰ 1 ਸਾਲ ਪਹਿਲਾਂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਤੁਹਾਡੇ ਅੰਦਰ ਦੀਆਂ ਫਿਲਮਾਂ ਬਾਹਰ ਆਉਣ ਨੂੰ ਫਿਰਦੀਆਂ ਜੇ, ਕਿ ਉਹ ਮੰਨਦੇ ਨਹੀਂ ਸੀ। ਜੀ। ਤੇ ਜਿੱਦਣ ਉਹ ਫੋਨ ਵਾਲੀ ਬੀਬੀ ਜਿਹੜੀ ਵਿਦੇਸ਼ੋਂ ਆਈ ਸੀ, ਉਹਦੇ ਨਾਲ ਸੀਤਾਫਲ ਦੀ ਫਿਲਮ ਬਾਹਰ ਆਈ, ਲੋਕਾਂ ਨੂੰ ਪਤਾ ਲੱਗ ਗਿਆ ਵੀ ਕੀ ਕੁਛ ਹੈ। ਹੁਣ ਇਹ ਜੋ ਜੀ। ਕੁਝ ਕਰਦੇ ਪਏ ਇਹਨਾਂ ਨੂੰ ਵਹਿਮ ਹੈ, ਲੋਕਾਂ ਨੂੰ ਪਤਾ ਨਹੀਂ। ਆਮ ਲੋਕਾਂ ਨੂੰ ਸਭ ਕੁਝ ਪਤਾ। ਇਹ ਸਿੱਧੂ ਦਾ ਅਸਤੀਫਾ ਮਨਜ਼ੂਰ ਕਰਨ ਨਾ ਕਰਨ, ਇੱਕ ਕਾਗਜ਼ ਦਾ ਟੋਟਾ, ਉਹਨੂੰ ਕੱਢ ਦੇਣ, ਰੱਖ ਲੈਣ। ਇਸ ਵੇਲੇ ਜੇ ਤੇ ਇਹ ਇਕੱਠੇ ਹੋ ਕੇ ਤੁਰ ਪੈਣਗੇ, ਕੋਈ 4 ਸੀਟਾਂ ਲੈ ਲੈਣਗੇ, ਅਜੇ ਵੀ ਆਸ ਮਾੜੀ ਮੋਟੀ ਇਹਨਾਂ ਨੂੰ ਹੋਊਗੀ। ਪਰ ਜੇ ਨਾ ਤੁਰੇ ਤੇ ਫਿਰ ਇਹ ਸਾਰੇ ਡੁੱਬੇ ਪਏ। ਪੰਜ ਸਾਹਿਬ, ਉਹਦਾ ਕਿੰਨਾ ਕੁ ਸੱਚ ਹੈ ਕਿ ਉਹ ਕਾਗਜ਼ ਦਾ ਟੁਕੜਾ ਜਿਹੜਾ ਪ੍ਰਵਾਨ ਕਰਵਾਉਣ ਲਈ ਨਵਜੋਤ ਸਿੱਧੂ ਦਾ ਵੱਖਰਾ ਧੜਾ ਹੈ, ਸੁਖਜਿੰਦਰ ਸਿੰਘ ਰੰਧਾਵੇ ਦਾ ਵੱਖਰਾ ਹੈ, ਚਰਨਜੀਤ ਸਿੰਘ ਚੰਨੀ ਦਾ ਵੱਖਰਾ ਹੈ, ਤੇ ਕੈਪਟਨ ਅਮਰਿੰਦਰ ਸਿੰਘ ਤਾਂ ਪਹਿਲੇ ਵੱਖਰਾ ਲੈ ਕੇ ਤੁਰੇ ਆ। ਚਰਨਜੀਤ ਸਿੰਘ ਚੰਨੀ ਵਿਚਾਰੇ ਨੂੰ ਤੇ ਕਾਹਨੂੰ ਇਹਦੇ ਚ ਘੜੀਸਦੇ ਹੋ। ਹੂੰ। ਉਹ ਤਾਂ ਰੋਜ਼ ਸਵੇਰੇ ਉੱਠਦਾ ਹੋਣਾ ਤੇ ਸੋਚਦਾ ਹੋਣਾ ਮੈਂ ਇਹੋ ਜਿਹਾ ਮੁੱਖ ਮੰਤਰੀ ਬਣ ਕੇ ਲੈਣਾ ਕੀ ਸੀ। ਹੂੰ। ਇੰਨਿਆਂ ਪਾਸਿਆਂ ਤੋਂ ਦਬਾਅ ਹੈ, ਪੈਸਾ ਪੱਲੇ ਕੋਈ ਨਹੀਂ, ਖਜ਼ਾਨਾ ਖਾਲੀ ਜਿਹਾ, ਫਿਰ ਵੀ ਲੋਕਾਂ ਕੋਲ ਜਾ ਕੇ ਵਾਅਦੇ ਕਰਨੇ ਪੈਂਦੇ, ਮੈਂ ਆਹ ਕਰ ਦੂੰ, ਆਹ ਕਰ ਦੂੰ। ਜੀ। ਜਿੰਨੀ ਕੁ ਆਮਦਨ ਰਾਜੇ ਵੜਿੰਗ ਨੇ ਬੱਸਾਂ ਫੜ ਫੜ ਕੇ ਘੇਰ ਘੇਰ ਕੇ ਵਧਾਈ ਆ, ਉਨੀਆਂ ਕੁ ਛੋਟਾਂ ਦੂਜੇ ਪਾਸੇ ਦੇਣੀਆਂ ਪੈਣੀਆਂ। ਖਜ਼ਾਨਾ ਮੰਤਰੀ ਉਹ ਆ ਜਿਹੜਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਵਾਬਜ਼ਾਦਾ ਸਾਹਿਬਜ਼ਾਦਾ ਯਕੂਬ ਖਾਂ ਵਾਂਗੂ, ਪਾਰਟੀ ਕਿਸੇ ਦੀ ਸਰਕਾਰ ਹੋਵੇ ਉਹ ਖਜ਼ਾਨਾ ਮੰਤਰੀ ਹੁੰਦਾ। ਜੇ ਕੱਲ੍ਹ ਨੂੰ ਪੰਜਾਬ 'ਚ ਸਰਕਾਰ ਬਦਲ ਗਈ, ਕਿਸੇ ਹੋਰ ਪਾਰਟੀ ਦੀ ਆ ਗਈ, ਪਤਾ ਨਹੀਂ ਉਹਦੇ ਵੱਲੋਂ ਵੀ ਖਜ਼ਾਨਾ ਮੰਤਰੀ ਬਣ ਜਾਵੇ। ਖਜ਼ਾਨੇ 'ਚ ਕੁਝ ਹੋਵੇ ਜਾਂ ਨਾ ਹੋਵੇ, ਇਹਦੀ ਭਰੋਸੇਯੋਗਤਾ ਇੰਨੀ ਆ ਕਿ ਖਾਲੀ ਖਜ਼ਾਨਾ ਵੀ ਚਲਾ ਸਕਦਾ, ਔਰ ਉਹ ਖਾਲੀ ਖਜ਼ਾਨਾ ਚਲਾਈ ਜਾ ਰਿਹਾ। ਚੱਲਣ ਦਿਓ, ਕੋਈ ਗੱਲ ਨਹੀਂ। ਤੇ ਉਹ ਇੱਦਾਂ ਦੇ ਹਾਲਾਤ ਦੇ ਵਿੱਚ ਇਹ ਅਸਤੀਫੇ ਇਹ ਸਾਰਾ ਜੋ ਕੁਝ ਇਹ ਕਰਦੇ ਪਏ ਨਾ, ਇਹਦੇ 'ਚੋਂ ਆ ਮਾੜਾ ਮੋਟਾ ਜੇ ਕੁਛ ਹੋਇਆ ਤੇ ਹੁਣ ਜਿਹੜੇ ਆ ਬਿੱਲ ਮਾਫ ਕੀਤੇ ਆ, ਉਹਨਾਂ ਦੇ ਕੱਟੇ ਕਨੈਕਸ਼ਨ ਬਹਾਲ ਕੀਤੇ ਆ, ਇਹਨਾਂ 4 ਚੀਜ਼ਾਂ ਨਾਲ ਅਸਰ ਪਿਆ। ਪਿਛਲੇ 4.5 ਸਾਲ ਜਿਹੜੇ ਗਰਕ ਕੀਤੇ ਗਏ, ਉਹ ਐਡੀ ਛੇਤੀ ਉਹ ਸਾਰੇ ਕੁਝ ਦੇ ਉੱਤੇ ਪੋਚਾ ਨਹੀਂ ਬਣ ਸਕਦਾ। ਜੀ। ਇੱਕ ਪੰਜ ਸਾਹਿਬ ਹੋਰ ਦੱਸਿਓ, ਕੈਪਟਨ ਅਮਰਿੰਦਰ ਸਿੰਘ ਨੇ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਸ ਤੋਂ ਬਾਅਦ ਵੱਖ-ਵੱਖ ਰਾਜਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ, ਤੁਸੀਂ ਕਿਵੇਂ ਦੇਖਦੇ ਆ? ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾਉਂਦਾ, ਬਣਾ ਲੇ। ਇੰਨੀਆਂ ਪਾਰਟੀਆਂ ਅੱਗੇ ਪਾਰਟੀਆਂ ਘੱਟ ਨੇ, ਇੱਕ ਪਾਰਟੀ ਹੋਰ ਸੀ, ਬਣ ਜਾਣ ਦਿਓ। ਉਹਨੇ ਪਾਰਟੀ ਬਣਾਉਣ ਲੱਗੇ ਆਖਿਆ ਕੀ ਹੈ, ਕਿਸਾਨਾਂ ਦਾ ਮਸਲਾ ਬਹੁਤ ਵੱਡਾ, ਜੇ ਮਸਲਾ ਹੱਲ ਹੋ ਗਿਆ ਤਾਂ ਫਿਰ ਮੈਂ ਬੀਜੇਪੀ ਨਾਲ ਚੋਣਾਂ ਦੀ ਐਡਜਸਟਮੈਂਟ ਵੀ ਕਰੂੰ। ਇਹਦੇ 'ਚੋਂ ਇੱਕ ਇਸ਼ਾਰਾ ਆ ਕਿ ਅੰਦਰ ਕੁਝ ਰਿੱਝਦਾ ਪਿਆ ਇਹਦਾ ਤੇ ਭਾਰਤੀ ਜਨਤਾ ਪਾਰਟੀ ਦਾ, ਕਿ ਇੱਕ ਵਾਰੀ ਇਹ ਕਾਨੂੰਨ ਪਾਰਲੀਮੈਂਟ 'ਚ ਮਤਾ ਰੱਖ ਕੇ ਰੱਦ ਕਰ ਦਿੱਤੇ ਜਾਣ। ਜੀ। ਫਿਰ ਆਖਿਆ ਜਾਵੇ ਕਿ ਅਮਰਿੰਦਰ ਸਿੰਘ ਦੀ ਸਲਾਹ 'ਤੇ ਰੱਦ ਕੀਤੇ, ਮੁੜ ਕੇ ਚੋਣਾਂ ਲੜ ਲਈਆਂ ਜਾਣ। ਚੋਣਾਂ ਤੋਂ ਬਾਅਦ ਦੁਬਾਰਾ ਇਹੋ ਜਿਹੇ ਬਿੱਲ ਫਿਰ ਪੇਸ਼ ਕਰ ਦਿੱਤੇ ਜਾਣ। 3-4 ਮਹੀਨੇ ਦਾ ਵਕਫਾ ਮਿਲ ਜੂ, ਕਿਸਾਨ ਇੱਕ ਵਾਰੀ ਮੁੜ ਆਉਣਗੇ, ਦੁਬਾਰਾ ਜਾਣਾ ਔਖਾ ਹੁੰਦਾ। ਇਹ ਇੱਕ ਖੇਡ ਹੁੰਦੀ ਪਈ ਆ ਜੀ। ਜਿਹੜੀ ਦਿੱਲੀ ਤੋਂ ਵੀ ਸੁਣਨ ਨੂੰ ਇਹੋ ਜਿਹੀਆਂ ਗੱਲਾਂ ਆ ਰਹੀਆਂ ਨੇ, ਕਾਂਗਰਸ ਦੇ ਕੈਂਪ ਵਿੱਚੋਂ ਵੀ ਤੇ ਅਮਰਿੰਦਰ ਸਿੰਘ ਦੇ ਕੈਂਪ ਵਿੱਚੋਂ ਵੀ। ਦੂਸਰਿਆਂ ਦਾ ਜਿਹੜਾ ਰਿਐਕਸ਼ਨ ਆ, ਉਹ ਹੁਣ ਜਿਹੜਾ ਅਮਰਿੰਦਰ ਵਿਰੋਧੀ ਧੜਾ ਕਾਂਗਰਸ ਦਾ, ਉਹ ਕਹਿੰਦੇ ਜੀ ਉਹਨਾਂ ਤਾਂ ਸਾਨੂੰ ਖਤਰਾ ਚੀਨ ਤੋਂ ਤੇ ਪਾਕਿਸਤਾਨ ਤੋਂ ਨਹੀਂ ਜਿੰਨਾ ਅਮਰਿੰਦਰ ਸਿੰਘ ਤੋਂ। ਜੀ। ਜੇ ਇੰਨਾ ਹੀ ਖਤਰਾ ਤੇ 4.5 ਸਾਲ ਤੁਸੀਂ ਚੁੱਪ ਕਿਉਂ ਕੀਤੇ ਰਹੇ? ਕਹਿੰਦੇ ਜੀ ਉਹ ਇੱਕ ਬੀਬੀ ਇੱਥੇ ਆ ਕੇ ਬੈਠੀ ਸੀ, ਪਾਕਿਸਤਾਨੀ ਸੀ। ਤੁਹਾਨੂੰ ਇਹ ਪਤਾ ਕਿ ਕੋਈ ਵੀ ਪਾਕਿਸਤਾਨੀ ਹਿੰਦੁਸਤਾਨ 'ਚ ਆਵੇ ਤੇ ਪੰਜਾਬ ਤੇ ਚੰਡੀਗੜ੍ਹ 'ਚ ਆਉਣ ਦੀ ਆਗਿਆ ਨਹੀਂ ਹੁੰਦੀ। ਉਹਨੂੰ ਜਿਹੜਾ ਸਪੈਸ਼ਲ ਪਰਮਿਟ ਮਿਲਦਾ ਸੀ, ਕੌਣ ਦਿਵਾਉਂਦਾ ਸੀ? ਭਾਜਪਾ ਵਾਲੇ ਦਿੰਦੇ ਸੀ, ਅਕਾਲੀ ਦਿਵਾਉਂਦੇ ਸੀ, ਜਾਂ ਤੁਹਾਡੀ ਆਪਣੀ ਇੰਨੀ ਪਹੁੰਚ ਸੀ, ਜਾਂ ਇਹ ਬੀਜੇਪੀ ਨਾਲ ਲੜਿਆ ਸੀ, ਕੀ ਕੁਝ? ਪਰ ਤੁਹਾਡੇ 'ਚੋਂ ਕਦੇ ਕਿਸੇ ਨੇ ਇਸ ਗੱਲ ਦੀ ਕੋਈ ਚਰਚਾ ਕੀਤੀ? ਫੋਟੋ ਸਾਡੇ ਕੋਲ ਢੇਰਾਂ ਦੇ ਢੇਰ ਪਈਆਂ ਨੇ, ਆ ਜਿਹੜੇ ਹੁਣ ਵਿਰੋਧ 'ਚ ਬੋਲਦੇ ਇਹ ਨਹੀਂ, ਪਰ ਦੂਜਿਆਂ ਦੀਆਂ ਨੇ। ਵੱਡੇ ਵੱਡੇ ਅਫਸਰਾਂ ਦੀਆਂ ਫੋਟੋ ਉਸ ਬੀਬੀ ਦੇ ਨਾਲ ਨੇ। ਸਾਰਿਆਂ ਨੂੰ ਇਹ ਪਤਾ ਕਿ ਉਹ ਬੀਬੀ ਅਫਸਰਾਂ ਨੂੰ ਫੋਨ ਕਰਕੇ, ਵੱਡੇ ਵੱਡੇ ਅਫਸਰਾਂ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ SSPs ਦੀਆਂ ਟਰਾਂਸਫਰਾਂ ਵੀ ਕਰਾਉਂਦੀ ਰਹੀ। 1-2 ਮੰਤਰੀਆਂ ਨੇ ਸਾਡੇ ਕੋਲ ਮੰਨਿਆ ਕਿ ਉਹਦੇ ਪੁੱਤਰ ਨੇ ਵੀ ਆਖਿਆ ਜੀ ਫਲਾਣਾ ਕੰਮ ਕਰ ਦਿਓ, ਪਰ ਉਹ ਮੰਤਰੀ ਕਹਿੰਦੇ ਅਸੀਂ ਨਹੀਂ ਸੀ ਕੀਤਾ। ਉਹਨੇ ਥੱਲੇ ਅਫਸਰਾਂ ਨੂੰ ਆਖਿਆ ਕਰ ਦਿਓ, ਅਫਸਰ ਲੈ ਕੇ ਆਏ ਫਾਈਲ, ਅਸੀਂ ਆਖਿਆ ਬਿਲਕੁਲ ਨਹੀਂ ਕਰਾਂਗੇ। ਕਹਿੰਦੇ ਜੀ CM ਸਾਹਿਬ ਨੇ ਆਖਿਆ ਸੀ ਕਿ ਉਹ ਜਦੋਂ ਆਖੇ ਨਾ ਨਹੀਂ ਕਰਨੀ। ਇੱਕ ਮੰਤਰੀ ਕਹਿੰਦਾ ਮੈਂ ਉਹਨਾਂ ਨੂੰ ਆਖਿਆ ਜੀ CM ਸਾਹਿਬ ਨੂੰ ਆਖੋ ਮੈਨੂੰ ਮੰਤਰੀ ਮੰਡਲ 'ਚੋਂ ਕੱਢ ਦੇਣ, ਪਰ ਮੈਂ ਨਹੀਂ ਜੇ ਕਰਨਾ, ਦੂਜੇ ਮਹਿਕਮਿਆਂ ਤੋਂ ਕਰਾਈ ਜਾਓ।
ਇਹ ਸਾਰਾ ਕੁਝ ਇੱਥੇ ਚੱਲਦਾ ਰਿਹਾ। ਉਹ ਬੀਬੀ ਜੀ ਇੱਥੇ ਬੈਠ ਕੇ ਇੰਨਾ ਕੁਝ ਕਰਦੀ ਪਈ ਸੀ। ਉਸ ਵਕਤ ਦੀਆਂ ਬੜੀਆਂ ਰਿਕਾਰਡਿੰਗਸ ਲੋਕਾਂ ਕੋਲ ਪਈਆਂ ਨੇ, ਕੁਝ ਆਡੀਓ ਰਿਕਾਰਡਿੰਗ ਨੇ, ਕੁਝ ਟੈਲੀਫੋਨ ਰਿਕਾਰਡਿੰਗ ਨੇ, ਬਥੇਰਾ ਕੁਛ ਹੈ। ਕਈਆਂ ਲੋਕਾਂ ਨੇ ਉਹਦੇ ਨਾਲ ਇੱਦਾਂ ਜੁੜ ਕੇ ਫੋਟੋ ਖਿਚਾਈਆਂ ਜਿਵੇਂ ਬਹੁਤ ਨੇੜਲੀ ਰਿਸ਼ਤੇਦਾਰ ਆ, ਤੇ ਉਹਦਾ ਆਸ਼ੀਰਵਾਦ ਲੈਣ ਵਾਸਤੇ ਬਹੁਤ ਸਿਖਰਲੇ ਅਫਸਰ ਉਹਦੇ ਐਂ ਝੁਕੇ ਜੇ ਪਏ ਆ, ਇੰਨੇ ਝੁਕ ਕੇ ਇੰਨੇ ਜਲੀਲ ਜੇ ਹੋ ਕੇ ਤੁਸੀਂ ਕਿਉਂ ਫੋਟੋ ਖਿਚਾਉਂਦੇ ਰਹੇ? ਹੁਣ ਸਾਰਾ ਕੁਝ ਹੁੰਦਾ। ਇਹ ਅੱਜ ਕਹਿੰਦੇ ਆ ਕਿ ਉੱਤੋਂ ਖਤਰਾ, ਜੋ ਤੋਂ ਖਤਰਾ 4.5 ਸਾਲ ਚੁੱਪ ਕਰਨ ਨੂੰ ਰਹਿਣਾ ਸੀ ਜੀ। ਦੂਸਰੇ ਪਾਸਿਓਂ ਕੁਝ ਹੋਰ ਲੋਕ ਵੀ ਇਦਾਂ ਦੀਆਂ ਗੱਲਾਂ ਕਰਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਮੈਂ ਰਣਜੀਤ ਸਿੰਘ ਬ੍ਰਹਮਪੁਰੇ ਨੂੰ ਤੇ ਸੁਖਦੇਵ ਸਿੰਘ ਢੀਂਡਸੇ ਨੂੰ ਨਾਲ ਲਊਂਗਾ। ਉਹਨਾਂ ਦੋਵਾਂ ਨੇ ਕਹਿ ਦਿੱਤਾ ਕਿ ਹੁਣ ਵਾਲੇ ਹਾਲਾਤ ਦੇ ਵਿੱਚ ਭਾਜਪਾ ਦੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਤੂੰ ਭਾਜਪਾ ਨਾਲ ਜਾਣਾ, ਅਸੀਂ ਤਾਂ ਨਹੀਂ ਜਾਂਦੇ। ਪਰ ਆਖਿਆ ਤੇ ਇਹੋ ਹੀ ਨਾ ਕਿ ਹੁਣ ਵਾਲੇ ਹਾਲਾਤ 'ਚ ਜੇ ਭਾਜਪਾ ਨੂੰ ਮਿਲ ਕੇ ਉਹ ਹੁਣ ਵਾਲੇ ਹਾਲਾਤ ਹੀ ਬਦਲ ਦੇਵੇ, ਜਿਹੜੀ ਸਕੀਮ ਚੱਲਦੀ ਪਈ ਹੈ, ਜੀ, ਫਿਰ ਇਹ ਨਾਲ ਵੀ ਜਾ ਸਕਦੇ ਆ। ਕੱਲ੍ਹ ਨੂੰ ਕੀ ਹੁੰਦਾ ਪਤਾ ਨਹੀਂ, ਪਰ ਹਾਲ ਦੀ ਘੜੀ ਇਹਨਾਂ ਦੋਵਾਂ ਪੁਰਾਣੇ ਅਕਾਲੀ ਲੀਡਰਾਂ ਨੇ ਜਿਹੜੇ ਅਕਾਲੀ ਦਲ ਦਾ ਖਹਿੜਾ ਛੱਡ ਚੁੱਕੇ ਆ, ਇਹਨਾਂ ਦੋਵਾਂ ਨੇ ਇੱਕ ਵਾਰੀ ਕਹਿ ਦਿੱਤਾ ਕਿ ਅਸੀਂ ਅਮਰਿੰਦਰ ਸਿੰਘ ਦੇ ਕਹਿ ਦੇ ਉੱਤੇ ਭਾਜਪਾ ਦੇ ਨਾਲ ਕਿਸੇ ਕਿਸਮ ਦੀ ਕੋਈ ਭਾਈਬੰਦੀ ਕਰਨ ਨੂੰ, ਕੋਈ ਭਾਈਵਾਲੀ ਕਰਨ ਨੂੰ ਤਿਆਰ ਨਹੀਂ। ਕੱਲ੍ਹ ਨਾਮ ਕਾਲ ਦਾ ਕੀ ਪਤਾ ਕੱਲ੍ਹ ਨੂੰ ਕੀ ਹੋਣਾ। ਹਾਲ ਦੀ ਘੜੀ ਦੀ ਸਥਿਤੀ ਇਹੋ। ਕੀ ਪਤਾ ਹੁੰਦਾ ਕੋਈ ਨਵਾਂ ਹੀ ਪਾਰਟੀ ਬਣ ਕੇ ਖੜੀ ਵੀ ਹੋ ਜਾਏ, ਕੁਝ ਨਹੀਂ ਪਤਾ ਹੁੰਦਾ। ਪਰ ਸਭ ਦੂਸਰੇ ਪਾਸੇ ਆਪਾਂ ਕਿਸਾਨ ਅੰਦੋਲਨ ਦੀ ਗੱਲ ਜ਼ਰੂਰ ਕਰਨੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨ ਅੰਦੋਲਨ ਕਰਦੇ ਆ, ਵਿਰੋਧ ਕਰਦੇ, ਉਹਨਾਂ ਦਾ ਅਧਿਕਾਰ ਹੈ, ਪਰ ਸੜਕਾਂ ਨਹੀਂ ਰੋਕੀਆਂ ਜਾ ਸਕਦੀਆਂ। ਸੁਪਰੀਮ ਕੋਰਟ ਦੀ ਇਸ ਟਿੱਪਣੀ ਨੂੰ ਕਿਵੇਂ ਦੇਖਦੇ ਆ? ਸੁਪਰੀਮ ਕੋਰਟ ਨੇ ਕਿਤੇ ਪਹਿਲੀ ਵਾਰੀ ਟਿੱਪਣੀ ਕੀਤੀ ਹੈ। ਇਹ ਤੋਂ ਪਹਿਲਾਂ ਵੀ ਇੱਕ ਵਾਰੀ ਮੈਂ ਪੂਰਾ ਪ੍ਰੋਗਰਾਮ ਇਸੇ ਤੇ ਕੀਤਾ ਸੀ। ਮੀਲਾਡ ਸੁਪਰੀਮ ਕੋਰਟ ਵਾਲਿਓ, ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਤੁਸੀਂ ਅਖਬਾਰਾਂ ਨਹੀਂ ਪੜ੍ਹਦੇ, ਤੁਸੀਂ ਮੀਡੀਆ ਨਹੀਂ ਵੇਖਦੇ। ਇਹ ਕਿਸਾਨਾਂ ਨੇ ਕਿਸੇ ਥਾਂ ਤੇ ਸੜਕਾਂ ਰੋਕੀਆਂ ਹੀ ਨਹੀਂ। ਅੱਜ ਜਦੋਂ ਸੁਪਰੀਮ ਕੋਰਟ ਦੀ ਫਿਰ ਟਿੱਪਣੀ ਆਈ ਕਿ ਕਿਸਾਨਾਂ ਨੂੰ ਐਜੀਟੇਸ਼ਨ ਕਰਨ ਦਾ, ਸੱਤਿਆਗ੍ਰਹਿ ਕਰਨ ਦਾ ਅਧਿਕਾਰ ਆ, ਸੜਕਾਂ ਰੋਕਣ ਦਾ ਨਹੀਂ, ਰਕੇਸ਼ ਟਕੈਤ ਉਸੇ ਵੇਲੇ ਉੱਠਿਆ। ਜਿਹੜੇ ਅਗਲੇ ਪਾਸੇ ਬੈਰੀਅਰ ਲੱਗੇ ਸੀ ਉਹਨੇ ਜਾ ਕੇ ਚੁੱਕ ਦਿੱਤੇ, ਆਓ ਜੀ ਅਸੀਂ ਦਿੱਲੀ ਚੱਲੇ ਹਾਂ। ਪੁਲਿਸ ਨੇ ਆਖਿਆ ਤੁਸੀਂ ਜਾ ਨਹੀਂ ਸਕਦੇ। ਉਹ ਕਹਿੰਦੇ ਇਹੋ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸੜਕਾਂ ਅਸੀਂ ਰੋਕ ਰਹੇ ਹਾਂ ਕਿ ਤੁਸੀਂ ਰੋਕ ਰਹੇ ਹੋ? ਜੀ, ਆਪ ਤੁਸੀਂ ਸੜਕਾਂ ਰੋਕੀਆਂ ਨੇ ਤੇ ਸੁਪਰੀਮ ਕੋਰਟ ਜਾ ਕੇ ਪ੍ਰਚਾਰ ਸਾਡੇ ਖਿਲਾਫ ਕਰਦੇ ਹੋ। ਨਾਲੇ ਚੋਰ ਨਾਲੇ ਚਾਤਰ, ਤੁਸੀਂ ਸਾਰੀਆਂ ਸੜਕਾਂ ਪੁੱਟ ਕੇ ਤੁਸੀਂ ਆਪ ਰੋਕੀਆਂ, ਅਗਲੇ ਪਾਸੇ ਬੈਰੀਅਰ ਤੁਸੀਂ ਲਾਏ ਆ। ਲੋਕਾਂ ਨੂੰ ਦਿੱਲੀ 'ਚ ਤੁਸੀਂ ਨਹੀਂ ਵੜਨ ਦਿੰਦੇ ਤੇ ਦੋਸ਼ ਲਾਉਂਦੇ ਆ ਕਿਸਾਨਾਂ ਉੱਤੇ। ਦੱਸੋ ਇੱਥੇ ਕਿਹੜੀ ਸੜਕ ਹੈ ਜਿਹੜੇ ਅਸੀਂ ਰੋਕੀ ਆ? ਬੈਰੀਅਰ ਤਾਂ ਤੁਸੀਂ ਲਾਏ ਆ। ਹੁਣ ਜਦੋਂ ਇਹ ਝੂਠਾ ਪੱਖ ਜਾ ਕੇ ਪੇਸ਼ ਕਰਦੀ ਆ ਅਦਾਲਤ ਦੇ ਵਿੱਚ ਭਾਰਤ ਦੀ ਸਰਕਾਰ ਜਾਂ ਸਰਕਾਰ ਦੇ ਜੋ ਦੋ ਚਾਰ ਪਿੱਠੂ, ਤੇ ਕਰਨਾ ਕੀ ਚਾਹੁੰਦੇ? ਕਿਸਾਨਾਂ ਦੀ ਇਸ ਐਜੀਟੇਸ਼ਨ ਨੂੰ, ਕਿਸਾਨਾਂ ਦੇ ਇਸ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੇ। ਕਿਸਾਨ ਮੰਗਦੇ ਕੀ ਆ? ਆਪਣਾ ਹੱਕ ਮੰਗਦੇ। ਇਹ ਗਿਆ ਸੀ 25 ਤੇ 26 ਨਵੰਬਰ ਨੂੰ 2 ਦਿਨ ਦਿੱਲੀ ਦੇ ਵਿੱਚ ਪਿਕਟਿੰਗ ਕਰਨ ਵਾਸਤੇ। ਜੀ, ਕਰਨੀ ਉੱਥੇ ਸੀ ਜਿੱਥੇ ਅੱਗੇ ਅੰਨਾ ਹਜ਼ਾਰੇ ਨੇ ਕੀਤੀ ਸੀ। ਜੇ ਅੰਨਾ ਹਜ਼ਾਰੇ ਦੇ ਮਗਰ ਹਜ਼ਾਰਾਂ ਲੋਕ ਚਲੇ ਗਏ ਸੀ, ਉੱਥੇ ਗਏ ਵਾਪਸ ਵੀ ਆ ਗਏ, ਇੰਨੇ ਦਿਨ ਉੱਥੇ ਬੈਠੇ ਵੀ ਰਹੇ। ਉਹਨਾਂ ਨੂੰ ਮਨਾਉਣ ਵਾਸਤੇ ਅੱਧੀ ਰਾਤ 10 ਵਜੇ ਤੋਂ ਬਾਅਦ ਤੱਕ ਪਾਰਲੀਮੈਂਟ ਦਾ ਸੈਸ਼ਨ ਵੀ ਚੱਲਦਾ ਰਿਹਾ ਸੀ। ਇੱਕ ਕਿਸਾਨ ਮਾੜੇ ਲੱਗਦੇ ਸੀ। ਅੰਨਾ ਹਜ਼ਾਰੇ ਦੀ ਲਹਿਰ ਇਸ ਕਰਕੇ ਚੰਗੀ ਲੱਗਦੀ ਸੀ ਕਿਉਂਕਿ ਉਹ ਮੁੜਕੇ ਵਾਲਿਆਂ ਦੀ ਲਹਿਰ ਨਹੀਂ ਸੀ, ਉਹ ਮੱਧ ਵਰਗ ਦੀ ਲਹਿਰ ਸੀ। ਜੀ, ਉਹਦੇ ਵਿੱਚ ਮੈਂ ਵੀ ਅੰਨਾ, ਤੂੰ ਵੀ ਅੰਨਾ, ਇਹ ਵੀ ਬੰਨਾ, ਉਹ ਵੀ ਅੰਨਾ, ਅੰਨਾ 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 ਅੰਨਾ, ਸਭ ਅੰਨਾ ਅੰਨਾ। ਉਹ ਕਿਉਂਕਿ ਹਰ ਕੋਈ ਅੰਨਾ ਅੰਨਾ ਕਰਨ ਵਾਲੀ ਪਲਟਨ ਜਿਹੜੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਬਹੁਤ ਮਹਿੰਗੇ ਸਕੂਲ ਹੈ, ਜਿਨ੍ਹਾਂ ਦੇ ਵਿੱਚ ਬੱਚਾ ਪੜ੍ਹਾਉਣਾ ਹੋਵੇ ਤੇ ਸਧਾਰਨ ਬੰਦੇ ਦੀ ਸਾਰੀ ਫੀਸ ਲੱਗ ਜਾਂਦੀ ਹੈ, ਉਹਨਾਂ ਸਕੂਲਾਂ ਦੇ ਬੱਚੇ ਸਕੂਲਾਂ ਦੀਆਂ ਵਰਦੀਆਂ 'ਚ ਉੱਥੇ ਆ ਕੇ ਅੰਨਾ ਅੰਨਾ ਕਰਦੇ ਸੀ। ਤੇ ਅਸੀਂ ਇਹ ਕਹਿੰਦੇ ਸਾਂ ਕਿ ਇਹ ਸਕੂਲ ਤਾਂ ਖੁਦ ਭ੍ਰਿਸ਼ਟਾਚਾਰ ਦਾ ਅੱਡਾ ਬਣੇ ਪਏ ਨੇ। ਬੱਚਿਆਂ ਦੇ ਦਾਖਲੇ ਦੇ ਉੱਤੇ ਭ੍ਰਿਸ਼ਟਾਚਾਰ, ਬੱਚਿਆਂ ਦੀ ਫੀਸਾਂ ਦੇ ਉੱਤੇ, ਉਹਨਾਂ ਨੂੰ ਜਿਹੜੀਆਂ ਗੱਡੀਆਂ ਭੇਜਣੀਆਂ, ਉਹਨਾਂ ਗੱਡੀਆਂ ਦੇ ਵਿੱਚ ਵੱਧ ਰੇਟ, ਸਾਰਾ ਕੁਝ ਭ੍ਰਿਸ਼ਟਾਚਾਰ ਕਰਦੇ। ਔਰ ਉਹਨਾਂ ਸਕੂਲਾਂ ਦੀ ਮੈਨੇਜਮੈਂਟ ਆਪ ਬੱਚਿਆਂ ਨੂੰ ਭੇਜਦੀ ਸੀ ਕਿਉਂਕਿ ਉਹ ਵਿਰੋਧੀ ਧਿਰ ਦੀ ਮੁੱਖ ਪਾਰਟੀ ਜਿਹੜੀ ਸੀ, ਉਹ ਆਪਣੇ ਬੰਦਿਆਂ ਨੂੰ ਕਹਿੰਦੀ ਸੀ ਅੰਨਾ ਦੀ ਮੂਵਮੈਂਟ ਮਜ਼ਬੂਤ ਕਰੋ। ਉਦੋਂ ਇੰਨਾ ਕੁਝ ਹੋਇਆ, ਉਦੋਂ ਦੇਸ਼ ਦੀ ਸੁਪਰੀਮ ਕੋਰਟ ਨੇ ਕੋਈ ਦਖਲ ਨਹੀਂ ਦਿੱਤਾ। ਇੱਕੋ ਸਾਧ ਜਿਹੜਾ ਕਹਿਣ ਨੂੰ ਸਾਧ ਆ ਤੇ ਉੱਦਾਂ ਦਵਾਈਆਂ ਵੇਚਦਾ, ਉਹ ਰਾਮਲੀਲਾ ਗਰਾਊਂਡ 'ਚ ਬੈਠ ਗਿਆ, ਦਾੜੀ ਲਕਾਉਣ ਲਈ ਘੁੰਡ ਕੱਢ ਕੇ ਸਲਵਾਰ ਕਮੀਜ਼ ਪਾ ਕੇ ਨਿਕਲਦਾ ਫੜਿਆ ਗਿਆ। 36 ਉਹਨੇ ਡਰਾਮੇ ਕੀਤੇ, ਇੰਨੀ ਪਬਲਿਕ ਉੱਥੇ ਸੀ, ਉਦੋਂ ਕੁਝ ਨਹੀਂ ਹੋਇਆ। ਜੇ ਕਿਸਾਨ 25 ਤੇ 26 ਨਵੰਬਰ ਨੂੰ ਉੱਥੇ ਚੱਲ ਜਾਂਦੇ, ਪਹਾੜ ਡਿੱਗਣ ਲੱਗਾ ਸੀ, ਮੁੜ ਆਉਂਦੇ। ਰਸਤੇ ਤਾਂ ਇਹਨਾਂ ਨੇ ਬੰਦ ਕੀਤੇ ਆ।
ਤੇ ਤਬੇਲੇ ਦੀ ਬੜਾ ਵਿਸ਼ੇਰੇ ਦੇ ਗੱਲ, ਜਿਹੜਾ ਵੀ ਕਿਸੇ ਨੂੰ ਕੱਖ ਨਹੀਂ ਲੱਭਦਾ ਉਹ ਉੱਠ ਕੇ ਕਿਸਾਨਾਂ ਦੇ ਖਿਲਾਫ ਹੋ ਜਾਂਦਾ। 30-40 ਚੈਨਲ ਨੇ ਜਿਹੜੇ ਸਵੇਰੇ ਉੱਠ ਕੇ ਕਿਸਾਨਾਂ ਦੇ ਖਿਲਾਫ ਪ੍ਰਚਾਰ ਸ਼ੁਰੂ ਕਰ ਦਿੰਦੇ। 2-3 ਵੱਡੇ ਹਿੰਦੀ ਅਖਬਾਰ ਨੇ ਜਿਨ੍ਹਾਂ ਨੇ ਕੰਮ ਇਹ ਸ਼ੁਰੂ ਕੀਤਾ, ਸਿੰਘੂ ਬਾਰਡਰ ਤੇ ਆ, ਸਿੰਘੂ ਬਾਰਡਰ ਤੇ ਆ, ਇਹ ਤਾਂ ਕਿਸਾਨ ਨਹੀਂ, ਇਹ ਕਾਤਲ ਨੇ, ਇਹ ਨੇ, ਉਹ ਨੇ। ਅਸੀਂ ਉਹ ਸਟੋਰੀ ਨਹੀਂ ਪੜ੍ਹੀ ਕਿ ਫੋਰਸ ਸਕੈਂਡਲਸ ਐਂਡ ਚਾਈਲਡ, ਬੱਚਾ ਮੇਮਣਾ ਲਈ ਜਾਂਦਾ ਸੀ ਤੇ ਉਹਨਾਂ 'ਚੋਂ ਇੱਕ ਨੇ ਆ ਕੇ ਕਹਿਤਾ ਕੁੱਤਾ ਕਿੱਥੇ ਲਈ ਜਾਂਦਾ, ਕੁੱਤਾ ਥੋੜ੍ਹਾ ਮੇਮਣਾ, ਉਹ ਤਾਂ ਅੱਛਾ ਮੇਮਣਾ ਹੀ ਸੀ, ਲੈ ਜਾ। ਉਹਦੇ ਬਾਅਦ ਦੂਜਾ ਆ ਗਿਆ, ਇਹ ਕੁੱਤਾ ਕਿੱਥੇ ਲਈ ਜਾਣਾ, ਕਹਿੰਦਾ ਕੁੱਤਾ ਨਹੀਂ ਜੀ, ਮੇਮਣਾ ਭੇਡ ਦਾ, ਤੈਨੂੰ ਕਿਹਨੇ ਕਿਹਾ, ਕਤੂਰਾ ਚੁੱਕੀ ਜਾਣਾ। ਤੀਜਾ ਚੌਥਾ ਰਲ ਕੇ ਪ੍ਰਚਾਰ ਇੰਨਾ ਕਰ ਦਿੱਤਾ ਕਿ ਉਹ ਬੱਚਾ ਵੀ ਵਿਚਾਰਾ ਸੋਚਣ ਲੱਗ ਪਿਆ ਕਿ ਮੈਂ ਕਿਤੇ ਮੇਮਣੇ ਦੇ ਭੁਲੇਖੇ ਕੁੱਤਾ ਤਾਂ ਨਹੀਂ ਚੁੱਕਿਆ, ਸੁੱਟ ਕੇ ਰਾਹ ਪਿਆ ਸੀ। ਇੱਥੇ ਵੀ ਇਸ ਕਿਸਮ ਦਾ ਇੱਕ ਮੀਡੀਆ 'ਚ ਪੂਰਾ ਗਰੁੱਪ ਹੈ ਜਿਹੜਾ ਕਿਸਾਨਾਂ ਨੂੰ ਕਨਵਿੰਸ ਕਰਨ ਦਾ, ਉਹਨਾਂ ਨੂੰ ਇਹ ਮਨਾਉਣ ਦਾ ਯਤਨ ਕਰ ਰਿਹਾ ਕਿ ਤੁਸੀਂ ਗਲਤ ਹੋ। ਗਲਤ ਤਾਂ ਹੈਗੇ ਹੀ ਆ, ਉਹ ਤਾਂ ਸ਼ੁਰੂ ਤੋਂ ਗਲਤ ਆ। ਜਿਉਂ ਜੰਮੇ ਉਦੋਂ ਤੋਂ ਲੈ ਕੇ ਮਿੱਟੀ ਨਾਲ ਮਿੱਟੀ ਹੋ ਕੇ ਅੰਨ ਪੈਦਾ ਕਰਦੇ ਰਹੇ, ਢਿੱਡ ਤੁਹਾਡਾ ਸਾਰਿਆਂ ਦਾ ਭਰਦੇ ਰਹੇ। ਅੱਗੇ 13ਵੇਂ ਮਹੀਨੇ 'ਚ ਤੁਸੀਂ ਖਾਣ ਵਾਸਤੇ ਦਾਣੇ ਅਮਰੀਕਾ ਤੋਂ ਮੰਗਾਉਂਦੇ ਹੁੰਦੇ ਸੀ ਜੀ, ਰੋਟੀ ਖਾਣ ਜਾ ਕੇ ਤੁਹਾਨੂੰ ਇਹਨਾਂ ਨੇ ਕੀਤਾ। ਆਪਣੇ ਘਰੀ ਇਹਨਾਂ ਦੀ ਅਜੇ ਤੱਕ ਨਿਆਣਿਆਂ ਦੇ ਕੱਪੜੇ ਪਾਟੇ ਆ, ਨੰਗੇ ਪੈਰੀ ਤੁਰੇ ਫਿਰਦੇ ਆ। ਇਹ ਚੋਰ ਹੋ ਗਏ। ਤੇ ਜਿਹੜੇ ਉੱਥੇ ਲੁਟੇਰੇ ਨੇ, ਜਿਹੜਾ ਬੰਦਾ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਬਣਨ ਵੇਲੇ 5000 ਕਰੋੜ ਦਾ ਮਾਲਕ ਸੀ ਤੇ ਅੱਜ 50,000 ਕਰੋੜ ਦੇ 50 ਲੱਖ ਕਰੋੜ ਦੇ ਲੱਗੇ ਪਹੁੰਚਿਆ ਪਿਆ, ਦੁਨੀਆ ਦੇ ਟਾਪ ਦੇ ਇੰਡਸਟਰੀਸਟਾਂ 'ਚ ਆ ਗਿਆ, ਜਿਹਨੇ ਸਾਰੇ ਏਅਰਪੋਰਟ ਵੀ ਸਾਂਭ ਲਏ, ਸਾਰੀਆਂ ਬੰਦਰਗਾਹਾਂ ਵੀ ਸਾਂਭ ਲਈਆਂ, ਹੁਣ ਪੰਜਾਬ ਦੀ ਧਰਤੀ ਵੀ ਸਾਂਭਣ ਵਾਲੇ ਪਾਸੇ ਨੂੰ ਤੁਰ ਪਿਆ। ਉਹ ਸੱਚਾ ਹੋ ਗਿਆ। ਜੰਜ ਕਪੱਤੀ ਸੁਥਰਾ ਭਲਾ ਮਾਨਸ ਹੈ ਤੇ ਉਹ ਸਾਰੇ ਮੀਡੀਆ ਦਾ ਇੱਕ ਵੱਡਾ ਹਿੱਸਾ ਇਹ ਪ੍ਰਚਾਰ ਕਰਦਾ। ਉਹ ਪ੍ਰਚਾਰ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ। ਸੁਪਰੀਮ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਕਿਸਾਨਾਂ ਨੇ ਰਸਤੇ ਰੋਕੇ ਆ। ਕਿਸਾਨਾਂ ਨੇ ਰਸਤੇ ਨਹੀਂ ਰੋਕੇ ਤੇ ਨਹੀਂ ਰੋਕੇ। ਜੀ ਪੰਜ ਸਾਹਿਬ, ਯੂਪੀ ਦੀ ਗੱਲ ਕਰਦੇ ਆ। ਯੂਪੀ ਤੋਂ ਖਬਰ ਆਈ ਹੈ ਕਿ ਉੱਥੇ ਪ੍ਰਿੰਕਾ ਗਾਂਧੀ ਹੁਣੀ ਕਹਿੰਦੇ ਆ ਇਲੈਕਟ੍ਰੋਨਿਕ ਸਕੂਟਰੀਆਂ ਦੇਣੀਆਂ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ, ਤੇ ਨਾਲ ਸਮਾਰਟਫੋਨ ਵੀ ਦੇਣੇ ਆ। ਇਹ ਸਮਾਰਟਫੋਨ ਕਾਂਗਰਸ ਵਾਲਿਆਂ ਨੇ ਪੰਜਾਬ ਵਿੱਚ ਵੀ ਦੇਣੇ ਸੀਗੇ, 4.5 ਸਾਲ ਇੱਥੇ ਲਾਤਾ ਸੀਗਾ, ਕੁਛ ਦਿੱਤੇ ਵੀ ਸੀਗੇ। ਯੂਪੀ ਵਿੱਚ ਜਿਹੜੇ ਐਲਾਨ ਹੋਏ ਆ ਉਹ ਰਾਜਨੀਤੀ ਦਾ ਨਵਾਂ ਹਿੱਸਾ। 36-37 ਸਾਲ ਪਹਿਲਾਂ ਆਂਧਰਾ ਪ੍ਰਦੇਸ਼ ਦੇ ਵਿੱਚ ਨਾ ਇੱਕ ਫਿਲਮ ਸਟਾਰ ਉੱਠਿਆ ਸੀ, ਬੜਾ ਪੋਪੂਲਰ ਸੀ, ਐਨਟੀ ਰਾਮਾ ਰਾਓ, ਨੰਦਮੂਰੀ ਤਾਰਕ ਰਾਮਾ ਰਾਓ। ਉਹਨੇ ਉੱਠ ਕੇ ਆਖਿਆ ਸੀ ਭ੍ਰਿਸ਼ਟਾਚਾਰ ਬਹੁਤ ਹੈ, ਮੈਂ ਇਹ ਕਰੂੰ, ਮੈਂ ਉਹ ਕਰੂੰ। ਉਹਨੇ ਆਖਿਆ ਸੀ ਮੈਂ ਜੇ ਜਿੱਤ ਗਿਆ ਗਰੀਬਾਂ ਨੂੰ 2 ਰੁਪਏ ਕਿਲੋ ਚਾਵਲ ਦਿਆ ਕਰਾਂਗੇ। ਫਾਰਮੂਲੇ ਨੇ ਕੀਤੇ, ਲੋਕਾਂ ਵੋਟਾਂ ਪਾਤੀਆਂ, ਜਿੱਤ ਗਿਆ। ਤੇਲੰਗਾਨਾ ਉਹਦੇ ਵਿੱਚ ਹੀ ਸੀ, ਆਂਧਰਾ ਪ੍ਰਦੇਸ਼। ਫਿਰ ਪੁੱਛਿਆ ਪੈਸੇ ਕਿੱਥੋਂ ਆਉਣਗੇ, ਕਹਿੰਦਾ ਭਾਰਤ ਸਰਕਾਰ ਦੇਵੇ, ਰੇੜਕਾ ਪਾ ਲਿਆ। ਉਹ ਬੰਦਾ ਜਿਹੜਾ ਬਹੁਤ ਸਾਫ ਸੁਥਰਾ ਹੁੰਦਾ ਸੀ, ਕਹਿੰਦਾ ਸੀ ਸਾਫ ਸੁਥਰਾ, ਬਾਤ ਉਹਦਾ ਹਸਨ ਕੀ ਹੋਇਆ ਸੀ। ਬੁੱਢੇ ਬਾਰੇ ਜਾ ਕੇ ਅੱਕ ਚੱਬ ਲਿਆ, ਇੱਕ ਔਰਤ ਲੈ ਆਇਆ। ਦੋਵੇਂ ਪੁੱਤਰਾਂ ਨੇ ਤੇ ਜਵਾਈ ਨੇ ਰਲ ਕੇ ਅੱਧੀ ਰਾਤ ਨੂੰ ਉਹਦੀ ਕੁਰਸੀ ਪਲਟਾਈ, ਘਰੋਂ ਕੱਢਤਾ। ਅਖੀਰਲੇ ਦਿਨਾਂ ਜਿੱਦਾਂ ਉਹ ਮਰਿਆ ਪਤਾ ਹੀ ਹੈ। ਇਹ ਜਿਹੜੀ ਖੇਡ ਉਹਨੇ ਚਲਾਈ ਸੀ। ਉਸ ਤੋਂ ਬਾਅਦ ਜੈ ਲਲਿਤਾ ਨੇ ਆਖਿਆ ਮੈਂ ਸਾੜੀਆਂ ਵੰਡੂਗੀ ਮੁਫਤ, ਲੋਕੀ ਉੱਤੇ ਚਲੇ ਗਏ। ਫਿਰ ਕਰੁਣਾਨਿਧੀ ਨੇ ਆਖਿਆ ਮੈਂ ਲੋਕਾਂ ਨੂੰ ਟੀਵੀ ਵੰਡੂਗਾ। ਮੱਧ ਪ੍ਰਦੇਸ਼ ਉੱਥੇ ਛੱਤੀਸਗੜ੍ਹ ਦੇ ਵਿੱਚ ਭਾਜਪਾ ਦੇ ਲੀਡਰ ਨੇ ਆਖਿਆ ਮੈਂ ਹਰ ਇੱਕ ਘਰ ਨੂੰ ਇੱਕ ਗਾਂ ਦਊਂਗਾ। ਲੋਕਾਂ ਗਾਵਾਂ ਲੈ ਲਈਆਂ, ਵੇਚ ਕੇ ਪੈਸੇ ਖਾ ਲਏ, ਘਰਾਂ 'ਚ ਗਾਵਾਂ ਹੈ ਨਹੀਂ। ਫਿਰ ਵੀ ਇਹ ਸਾਰੇ ਡਰਾਮੇ ਚੱਲਦੇ ਰਹੇ। ਹੁਣ ਇਹ ਪ੍ਰਿਯੰਕਾ ਗਾਂਧੀ ਕਹਿੰਦੀ ਆ ਕਿ ਕਾਲਜ ਪੜ੍ਹਦੀਆਂ ਸਾਰੀਆਂ ਕੁੜੀਆਂ ਨੂੰ ਮੈਂ ਇੱਕ ਸਕੂਟੀ ਲੈ ਕੇ ਦਊਂਗੀ। ਇਹਦੇ ਤੋਂ ਅਗਲਾ ਨਾਰਾ ਜਿਹਨੇ ਲੈਣਾ ਉਹ ਆਖੇ ਜੀ ਮੈਂ ਪੈਟਰੋਲ ਕਾਰਡ ਦਊਂਗਾ ਵਿਦ ਸਕੂਟੀ, ਤੁਸੀਂ ਪ੍ਰਿਯੰਕਾ ਗਾਂਧੀ ਤੋਂ ਲੈ ਲਿਓ, ਜਿਹੜੇ ਮਰਜ਼ੀ ਪੰਪ 'ਤੇ ਚਲ ਜਾਇਓ, ਪਰ ਤੁਸੀਂ ਤੇਲ ਪਵਾ ਲਿਆ ਕਰੋ, ਕਾਰਡ ਆ ਵਾ। ਇਹਨਾਂ ਕਾਰਡਾਂ ਨਾਲ ਤੁਸੀਂ ਵੋਟਾਂ ਲੈ ਜਾਓ। ਅੱਧੀਆਂ ਵੋਟਾਂ ਉਹਦੇ ਨਾਲ ਚੱਲ ਜਾਣ, ਅੱਧੀਆਂ ਤੁਹਾਡੇ ਨਾਲ ਚੱਲ ਜਾਣ, ਕੁਝ ਵੋਟਾਂ ਸਕੂਟੀ ਪਿੱਛੇ ਚੱਲ ਜਾਣ, ਕੁਝ ਤੇਲ ਦੇ ਕਾਰਡ ਪਿੱਛੇ ਚੱਲ ਜਾਣ। ਲੋਕਾਂ ਨੂੰ ਮੰਗਤੇ ਬਣਾਇਆ ਪਿਆ, ਸਬਸਿਡੀਆਂ ਮੰਗਣ ਸਿਖਾਤਾ। ਅੰਗਰੇਜ਼ੀ ਦੀ ਕਹਾਵਤ ਆ, ਭੁੱਖੇ ਨੂੰ ਖਾਣ ਵਾਸਤੇ ਮੱਛੀ ਨਾ ਦਿਓ, ਮੱਛੀ ਫੜਨੀ ਸਿਖਾਓ, ਭਲਕੇ ਆਪ ਫੜ ਕੇ ਖਾ ਸਕੇ। ਇਹ ਨਹੀਂ ਕਿ ਭਲਕੇ ਫਿਰ ਕਿਸੇ ਦੇ ਬੂਹੇ 'ਤੇ ਜਾ ਕੇ ਆ ਕੇ ਭੁੱਖਾ ਹੈ ਜਾਂ ਉਹ ਕੁਝ ਖਾਣ ਨੂੰ ਦੇ ਦਿਓ। ਇੱਥੇ ਲੋਕਾਂ ਨੂੰ ਚੋਗਾ ਪਾਇਆ ਜਾ ਰਿਹਾ। ਹੁਣ ਪ੍ਰਿਯੰਕਾ ਗਾਂਧੀ ਵੀ ਇਸੇ ਕੰਮ ਲੱਗ ਗਈ ਹੈ। ਕੁਝ ਮਾੜੇ ਮੋਟਾ ਸਿਆਸੀ ਮਿਆਰ ਹੋਣੇ ਚਾਹੀਦੇ ਆ। ਇਹ ਮਿਆਰਾਂ ਤੋਂ ਨੀਵੀਂ ਖੇਡ ਚੱਲਦੀ ਹੈ ਭਾਰਤ ਦੀ ਸਿਆਸਤ ਵਿੱਚ, ਜਿਹੜੀ ਬਹੁਤ ਮਾੜੀ ਹੈ। ਉਸ ਸਮੇਂ ਤਾਮਿਲਨਾਡੂ ਦੀ ਇੱਕ ਖਬਰ ਯਾਦ ਆ ਗਈ ਹੈ। ਤਾਮਿਲਨਾਡੂ ਵਿੱਚ ਸਰਕਾਰ ਕਹਿੰਦੀ ਹੈ ਜਿੰਨਾ ਮੰਦਰਾਂ ਵਿੱਚ ਸੋਨਾ ਪਿਆ ਉਹ ਵੇਚ ਦੇਣਾ ਤੇ ਅਸੀਂ ਵਿਕਾਸ ਕਾਰਜਾਂ ਤੇ ਲਾਉਣਾ। ਫਿਰ ਇੱਕ ਪਾਸੇ ਪ੍ਰਿਯੰਕਾ ਗਾਂਧੀ ਹੁਣੀ ਇਹ ਕਹਿੰਦੇ ਅਸੀਂ ਮੁਫਤ ਚੀਜ਼ਾਂ ਦੇਣੀਆਂ। ਸਰਕਾਰ ਹੁਣ ਕਹਿੰਦੀ ਅਸੀਂ ਸੋਨਾ ਵੇਚ ਕੇ ਵਿਕਾਸ ਕਾਰਜ ਕਰਨੇ ਆ। ਫਿਰ ਉਸੇ ਜਿਹੜਾ ਤਾਮਿਲਨਾਡੂ ਵਿੱਚ ਸ਼ੁਰੂ ਕਰਨ ਲੱਗੇ ਆ ਉਹ ਕਿਵੇਂ ਦੇਖਦੇ ਆ? ਤਾਮਿਲਨਾਡੂ ਦੀ ਸਰਕਾਰ ਪਹਿਲੀ ਵਾਰ ਨਹੀਂ ਕਰਨ ਲੱਗੀ, ਅੱਗੇ ਵੀ ਕਈ ਵਾਰ ਹੋਇਆ। ਇਸ ਵੇਲੇ 2138 ਕਿਲੋ ਸੋਨਾ। 2138 ਦਾ ਮਤਲਬ ਹੈ ਕਿ 2 ਕੁਇੰਟਲ 138 ਕਿਲੋ, ਇੰਨਾ ਸੋਨਾ ਉਹਨਾਂ ਮੰਦਰਾਂ 'ਚ ਪਿਆ। ਅੱਗੇ ਵੀ ਕਈ ਵਾਰ ਹੋਇਆ,
ਪਰ ਜਦੋਂ ਅੱਗੇ ਕਰਦੇ ਸੀ ਉਦੋਂ ਸਰਕਾਰ ਉਹ ਹੁੰਦੀ ਸੀ ਜਿਹੜੀ ਹਿੰਦੂਤਾ ਵਾਲਿਆਂ ਦੇ ਨਾਲ ਮਿਲ ਕੇ ਚੱਲਦੀ ਸੀ, ਕਿਸੇ ਇਤਰਾਜ਼ ਨਹੀਂ ਕੀਤਾ। ਹੁਣ ਸਰਕਾਰ ਉਹ ਹੈ ਜਿਹੜੀ ਭਾਜਪਾ ਦੇ ਵਿਰੋਧ 'ਚ ਖਲੋਤੀ ਹੈ, ਇਹਨਾਂ ਨੂੰ ਹਰਾ ਕੇ ਜਿੱਤੀ ਹੈ। ਉਹ ਸਰਕਾਰ ਕੰਮ ਕਰਨ ਲੱਗੀ, ਇਹਨਾਂ ਨੇ ਆਖਿਆ ਜੀ ਤੁਸੀਂ ਨਹੀਂ ਲੈ ਸਕਦੇ। ਉਹ ਕਹਿੰਦੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਹੈ, ਅੱਗੇ ਵੀ ਹੁੰਦਾ ਰਿਹਾ, ਅਸੀਂ ਕੋਈ ਨਵਾਂ ਨਹੀਂ ਕਰਨ ਲੱਗੇ। ਇਹ ਕਹਿੰਦੇ ਪਹਿਲਾਂ ਆਡਿਟ ਕਰਾਓ, ਉਹ ਕਹਿੰਦੇ ਅਸੀਂ ਆਡਿਟ ਕਰਾ ਰਹੇ ਹਾਂ। ਉਹਦਾ ਕੇਸ ਉੱਥੋਂ ਦੀ ਹਾਈ ਕੋਰਟ ਚਲਾ ਗਿਆ। ਵੈਸੇ ਮੈਂ ਦੱਸਾਂ, ਸਾਡੇ ਪੰਜਾਬ ਦੇ ਵਿੱਚ, ਹਰਿਆਣੇ 'ਚ, ਹਿਮਾਚਲ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀਆਂ ਵੋਟਾਂ ਨਾਲ ਚੁਣ ਕੇ ਆਉਂਦੀ ਹੈ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ, ਇਤਿਹਾਸਕ ਗੁਰਦੁਆਰਿਆਂ ਦਾ। ਇੱਥੇ ਭਾਰਤ ਵਿੱਚ ਕਈਆਂ ਸੂਬਿਆਂ 'ਚ ਇਹ ਪ੍ਰਬੰਧ ਹੈ ਕਿ ਹਿੰਦੂ ਮੰਦਰਾਂ ਵਾਸਤੇ ਸਰਕਾਰ ਇੱਕ ਬੋਰਡ ਬਣਾਉਂਦੀ ਹੈ ਅਤੇ ਉਹ ਮੰਦਰਾਂ ਨੂੰ ਮੈਨੇਜ ਕਰਦਾ। ਇੱਕ ਸੂਬਾ ਇਹੋ ਜਿਹਾ ਜਿੱਥੇ ਹਿੰਦੂ ਮੰਦਰਾਂ ਵਾਸਤੇ ਧਾਰਮਿਕ ਬੋਰਡ ਬਣਦਾ, ਉਹਦਾ ਚੇਅਰਮੈਨ ਮੰਤਰੀ ਮੰਡਲ ਦੇ ਵਿੱਚ ਜਿੰਨੇ ਹਿੰਦੂ ਮੰਤਰੀ ਹੁੰਦੇ ਆ ਉਹ ਤੈਅ ਕਰਦੇ ਆ। 3 ਮੈਂਬਰਾਂ 'ਚ ਇੱਕ ਮੈਂਬਰ ਵੀ ਉਹ ਤੈਅ ਕਰਦੇ ਆ, ਅਤੇ ਤੀਸਰਾ ਮੈਂਬਰ ਉੱਥੋਂ ਦੀ ਵਿਧਾਨ ਸਭਾ 'ਚ ਜਿੰਨੇ ਹਿੰਦੂ MLA ਆ ਉਹਨਾਂ ਦੀਆਂ ਵੋਟਾਂ ਨਾਲ ਬਣਦਾ। ਇੱਦਾਂ ਦੇ ਕਈ ਥਾਵਾਂ 'ਤੇ ਅੱਡ ਅੱਡ ਪ੍ਰਬੰਧ ਨੇ। ਨਾਰਥ ਈਸਟ ਵਿੱਚ ਸਾਡਾ ਇੱਕ ਸੂਬਾ ਇਹੋ ਜਿਹਾ ਜਿਹਦੇ ਵਿੱਚ ਬਾਕੀ ਸਾਰੇ ਹਲਕੇ ਜਿਹੜੇ ਉਹਨਾਂ ਦੀ ਹਲਕਾਬੰਦੀ ਆ, ਨਕਸ਼ਾ ਹੈ। ਇੱਕ ਹਲਕਾ ਬੁੱਧ ਧਰਮ ਦੇ ਭਿਕਸ਼ੂਆਂ ਵਾਸਤੇ ਆ, ਉਹਦਾ ਕੋਈ ਨਹੀਂ, ਉਹਦੇ ਬੁੱਧ ਧਰਮ ਦੇ ਜਿੰਨੇ ਮੱਠ ਆ ਉਹਨਾਂ ਸਾਰੇ ਮੱਠਾਂ 'ਚੋਂ ਇੱਕ MLA ਚੁਣ ਕੇ ਆਊਗਾ। ਅਤੇ ਕਈ ਕਿਸਮ ਦਾ ਨੇ। ਸੋ ਇਹ ਤਾਮਿਲਨਾਡੂ 'ਚ ਜਿਹੜੀ ਇਹ ਗੱਲ ਹੋਣ ਲੱਗੀ ਆ, ਕੋਈ ਅਲੋਕਾਰ ਨਹੀਂ ਗੀ, ਵਿਰੋਧ ਅਲੋਕਾਰ ਆ। ਇਹ ਅੱਗੇ ਕਦੇ ਇੱਦਾਂ ਦਾ ਵਿਰੋਧ ਹੋਇਆ ਨਹੀਂ, ਹੁਣ ਹੋਣ ਲੱਗਾ, ਪਰ ਇਹ ਕੰਮ ਪਹਿਲਾਂ ਵੀ ਹੁੰਦਾ ਰਿਹਾ। ਹੁਣ ਸਾਹਿਬ ਇਹਦਾ ਚਲੋ ਮੰਦਰਾਂ 'ਚ ਸੋਨੇ ਦੀ ਗੱਲ ਹੋ ਗਈ, ਇੱਥੇ ਲੋਕ ਘਰਾਂ 'ਚ ਬਣਾ ਕੇ ਰੱਖਦੇ ਆ ਚੈਨੀਆਂ, ਅਤੇ ਉਹ ਫਿਰ ਲਾ ਕੇ ਰੱਖ ਦਿੰਦੇ, ਬਾਹਰ ਚੋਰ ਨਾ ਲਾ ਦੇਣ, ਕਿਉਂਕਿ ਸਮਾਂ ਮਾਹੌਲ ਅੱਜ ਕੱਲ੍ਹ ਇਸ ਅੱਜ ਦੀ ਗੱਲ ਹੈ, ਇਹ ਪੁਰਾਣੇ ਸਮਿਆਂ ਤੋਂ ਆ। ਧਾਰਮਿਕ ਸਥਾਵਾਂ ਦੇ ਉੱਤੇ ਇਹ ਲਿਖਿਆ ਹੁੰਦਾ ਚੋਰੀ ਕਰਨਾ ਮਨਾ ਹੈ, ਅਤੇ ਲਿਖਿਆ ਤਾਂ ਹੀ ਜਾਂਦਾ ਜਿੱਥੇ ਚੋਰੀਆਂ ਚੋਰੀ ਹੁੰਦੀ ਹੈ। ਪੁਰਾਤਨ ਸਮੇਂ ਤੋਂ ਲੈ ਕੇ ਰਿਸ਼ੀਆਂ ਮੁਨੀਆਂ ਨੇ ਆਖਿਆ ਜਿਹੜਾ ਚੋਰੀ ਕਰੇਗਾ ਉਹਨੂੰ ਅੱਗੇ ਜਾ ਕੇ ਸਜ਼ਾ ਮਿਲੇਗੀ। ਉਹਨਾਂ ਰਿਸ਼ੀਆਂ ਨੇ ਕਿਉਂ ਲਿਖਿਆ? ਕਿਉਂਕਿ ਉਹਨਾਂ ਦੀਆਂ ਅੱਖਾਂ ਸਾਹਮਣੇ ਚੋਰੀਆਂ ਹੁੰਦੀਆਂ ਸੀ। ਜੇ ਹੁੰਦੀਆਂ ਨਾ ਤਾਂ ਉਹਨਾਂ ਨੂੰ ਇਹ ਲਿਖਣ ਦੀ ਲੋੜ ਨਹੀਂ ਸੀ। ਇਹ ਪੁਰਾਤਨ ਕਾਲ ਤੋਂ, ਜਿਹਨੂੰ ਸਤਯੁਗ ਕਹਿੰਦੇ, ਉਹ ਸਤਯੁਗ ਤੋਂ ਲੈ ਕੇ ਹੁੰਦਾ ਆਇਆ, ਹੁਣ ਵੀ ਹੁੰਦਾ ਅਤੇ ਗਾਂ ਵੀ ਹੁੰਦਾ ਰਹਿਣਾ, ਇਹਨੂੰ ਕੋਈ ਨਹੀਂ ਰੋਕ ਸਕਿਆ। ਚਲਿਏ ਪੰਨੂ ਸਾਹਿਬ, ਸਮਾਂ ਜਾਣ ਦਾ ਹੋ ਗਿਆ, ਬਹੁਤ ਬਹੁਤ ਧੰਨਵਾਦ ਤੁਸੀਂ ਖਬਰਾਂ ਚਰਚਾ ਕੀਤੀ। ਸੋ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।